ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਤੀਰਥ ਸਿੰਘ ਇੱਕ ਵਾਰੀ ਫੇਰ ਤੁਹਾਡੇ ਨਾਲ ਥੋੜਾ ਜਿਹਾ ਟੈਕਨੀਕਲ ਇਸ਼ੂ ਕਰਕੇ ਥੋੜਾ ਜਿਹਾ ਬ੍ਰੇਕ ਲੱਗੇ ਜਿਹੜੀ ਹੁਣ ਆਪਣਾ ਤੁਹਾਡੇ ਨਾਲ ਮੈਂ ਡਿਸਕਸ ਕਰ ਰਿਹਾ ਸੀ। ਹੁਣ ਮੈਂ ਦੁਬਾਰਾ ਤੁਹਾਡੇ ਨਾਲ ਸ਼ੁਰੂ ਕਰੂੰਗਾ ਕੈਨੇਡਾ, ਬਿਕੋਜ਼ ਆਸਟ੍ਰੇਲੀਆ ਮੈਂ ਆਲਰੇਡੀ ਤੁਹਾਡੇ ਨਾਲ ਜਿਹੜੇ ਰੀਸੈਂਟ ਅਪਡੇਟਸ ਡਿਕਲੇਅਰ ਕਰਤੇ। ਕੈਨੇਡਾ ਜਿਹੜਾ ਕਿ ਬੱਚਿਆਂ ਦੀ ਪਹਿਲੀ ਪਸੰਦ ਸੀਗੀ, 16 ਤਰੀਕ ਨੂੰ ਜਿਹੜਾ ਕਿ ਰੀਸੈਂਟ ਅਪਡੇਟ ਆਇਆ ਕੈਨੇਡਾ ਤੋਂ ਕਿ ਉਹ ਜਿਹੜਾ ਹੁਣ ਆਪਣਾ ਵੀਜ਼ਾ ਵਾ 2 ਸਟੈਪਸ ਦੇ ਵਿੱਚ ਵੀਜ਼ਾ ਦੇਣਗੇ, AIP ਦੈਨ ਐਡਮਿਸ਼ਨ ਐਂਡ ਐਡਮਿਸਿਬਿਲਿਟੀ ਦੇ ਇਹਦੇ ਨਾਲ। ਬਟ ਬੱਚੇ ਥੋੜ੍ਹੇ ਕਾਫੀ ਕਨਫਿਊਜ਼ ਵੀ ਹੋ ਗਏ। ਅਸੀਂ 16 ਤਰੀਕ ਤੋਂ ਤੁਹਾਡੇ ਨਾਲ ਲਗਾਤਾਰ ਲਾਈਵ ਹੋ ਕੇ ਅਸੀਂ ਪਰਟੀਕੂਲਰ ਕੈਨੇਡਾ 'ਤੇ ਇਸ ਜਿਹੜੇ ਨਵੇਂ ਜਿਹੜਾ ਪ੍ਰੋਸੈਸ ਆਇਆ ਸੀ ਇਹ ਅਸੀਂ ਲਾਈਵ ਸ਼ੋਅ ਵੀ ਕੀਤਾ ਅਤੇ ਬੱਚਿਆਂ ਦੀਆਂ ਬਹੁਤ ਕਾਲਸ ਆਈਆਂ। ਅੱਜ ਕੱਲ੍ਹ ਵੀ ਕਾਫੀ ਕਾਲਸ ਆ ਰਹੀਆਂ, ਬੱਚੇ ਥੋੜ੍ਹਾ ਪਰੇਸ਼ਾਨ ਸੀਗੇ। ਬਟ ਬੱਚਿਆਂ ਦਾ ਸਵਾਲ ਸੀਗਾ ਕਿ ਜਿਹੜੇ 2 ਸਟੈਪ ਦੇ ਵਿੱਚ ਆ, ਜੇ ਉਹਨਾਂ ਨੂੰ AIP ਮਿਲਦੀ ਆ ਕਿ ਉਹਨਾਂ ਨੂੰ ਔਨਲਾਈਨ ਪੜ੍ਹਨਾ ਜ਼ਰੂਰੀ ਹੋਏਗਾ। ਅਤੇ ਦੂਸਰਾ ਸਵਾਲ ਸੀਗਾ ਕਿ ਜੇਕਰ ਉਹ ਪੜ੍ਹਦੇ ਵੀ ਆ ਸਮ ਹਾਊ ਕਿਸੇ ਵੀ ਰੀਜ਼ਨ ਕਰਕੇ, ਆਈ ਨੋ ਦੈਟ ਮੈਂ ਬਿਲਕੁਲ ਸਮਝਾਇਆ ਵੀ ਸੀ, ਬੱਚਿਆਂ ਨੂੰ ਪੋਜ਼ੀਟਿਵ ਵੀ ਕੀਤਾ ਸੀ, ਸਿਰਫ ਕਿੰਨਾ ਕਰਕੇ ਉਹਨਾਂ ਦਾ ਵੀਜ਼ਾ ਰਿਫਿਊਜ਼ ਹੋ ਸਕਦਾ। ਬਟ ਹੁਣ ਅਤੇ ਇੱਕ ਹੋਰ ਸੀਗਾ ਸਵਾਲ, ਮੈਂ ਇਹਨੂੰ ਐਡ ਔਨ ਕਰੂੰਗਾ ਇੱਥੇ, ਕਿ ਜੇ ਸਮਾਂ ਰਿਫਿਊਜ਼ ਹੋ ਜਾਂਦਾ ਤਾਂ ਉਹਨਾਂ ਦੀ ਜਿਹੜੀ ਫੀਸ ਆ ਰਿਫੰਡ ਹੋਏਗੀ ਜਾਂ ਨਹੀਂ ਹੋਏਗੀ। ਇਹਨਾਂ ਸਾਰਿਆਂ ਸਵਾਲਾਂ ਦੇ ਜਵਾਬ ਕੱਲ੍ਹ ਸਾਨੂੰ ਕੈਨੇਡਾ ਤੋਂ ਮਿਲ ਗਏ ਆ। CIC ਨੇ ਆਪਣੇ ਇੱਕ ਵੈਬੀਨਾਰ ਔਰਗੇਨਾਈਜ਼ ਕੀਤਾ ਸੀਗਾ, ਜਿਹਦਾ ਕਿ ਹੁਣ ਸਾਰਾ ਉਹਨਾਂ ਨੇ ਜਿਹੜੇ ਵੀ ਟੌਪਿਕਸ ਉਹਨਾਂ ਨੇ ਉੱਥੇ ਪੂਰੇ ਕੀਤੇ ਸੀਗੇ ਉਹਦੀ ਹੁਣ ਲਿਸਟ ਬਾਹਰ ਭੇਜ ਦਿੱਤੀ ਆ। ਅਤੇ ਹੁਣ ਅਸੀਂ ਆਪਣੇ ਫੇਸਬੁੱਕ 'ਤੇ ਪੇਜ 'ਤੇ ਵੀ ਇਸ ਲਾਈਵ ਸੈਸ਼ਨ ਤੋਂ ਬਾਅਦ ਅਸੀਂ ਉਹਨੂੰ ਪੋਸਟ ਕਰਾਂਗੇ, ਤੁਸੀਂ ਆਪ ਉਹਨੂੰ ਪੜ੍ਹ ਸਕਦੇ ਆ। ਉਸ ਦੇ ਵਿੱਚ ਹਰ ਤਰ੍ਹਾਂ ਦਾ ਸਵਾਲ ਬੱਚਿਆਂ ਦਾ ਉਹਨਾਂ ਨੇ ਸੈਟਿਸਫਾਈ ਕੀਤਾ ਵਾ। ਅਤੇ ਸਾਨੂੰ ਬਹੁਤ ਖੁਸ਼ੀ ਹੋ ਰਹੀ ਹੈ ਕਿ ਜਿੱਦਾਂ ਅਸੀਂ ਬੱਚਿਆਂ ਨੂੰ ਪੋਜ਼ੀਟਿਵ ਕਰ ਰਹੇ ਸੀ, ਜਿਹੜੇ ਅਸੀਂ ਆਪਣੇ ਤਜਰਬੇ ਦੇ ਨਾਲ ਬੱਚਿਆਂ ਨੂੰ ਗਾਈਡ ਕੀਤਾ ਸੀਗਾ ਕਿ ਔਨਲਾਈਨ ਕਲਾਸਿਸ ਪੜ੍ਹਨ ਜਾਂ ਨਾ ਪੜ੍ਹਨ, ਜੇ ਨਹੀਂ ਪੜ੍ਹਨੀਆਂ ਕੀ ਕਰਨ, ਸੇਮ ਸਾਨੂੰ ਬਹੁਤ ਖੁਸ਼ੀ ਹੋਈ ਹੈ ਕਿ CIC ਨੇ ਉਹਦੇ 'ਤੇ ਸੇਮ ਉਹਨੂੰ ਐਜ਼ ਇਟ ਜਸਟੀਫਾਈ ਕੀਤਾ। ਜਿੱਦਾਂ ਕਿ ਸਾਨੂੰ ਬਹੁਤ ਖੁਸ਼ੀ ਹੈ ਕਿ ਅਸੀਂ ਜਿਹੜਾ ਬੱਚਿਆਂ ਨੂੰ ਗਾਈਡ ਕੀਤਾ ਸੀਗਾ ਅਤੇ ਸੇਮ CIC ਨੇ ਉਹਦੇ 'ਤੇ ਇੱਕ ਆਪਣੀ ਮੋਹਰ ਲਾ ਦਿੱਤੀ ਆ, ਜਿਹੜੀਆਂ ਅਸੀਂ ਬੱਚਿਆਂ ਨੂੰ ਸਟੈਪ ਕਰਨ ਨੂੰ ਕਿਹਾ ਸੀਗਾ। ਹੁਣ ਮੈਂ ਤੁਹਾਡੇ ਨਾਲ ਥੋੜ੍ਹੇ ਜਿਹੇ ਚੀਜ਼ਾਂ ਉਹਨਾਂ ਦੀਆਂ ਸ਼ੇਅਰ ਕਰੂੰਗਾ, ਉਹਨਾਂ ਨੇ ਕਿਹੜੇ ਸਟੈਪਸ ਸ਼ੇਅਰ ਕੀਤੇ ਸੀ। ਮੈਂ ਤੁਹਾਡੇ ਨਾਲ ਵਰਡ ਟੂ ਵਰਡ ਜਿਹੜੀਆਂ ਉਹਨਾਂ ਨੇ 7 ਪੁਆਇੰਟਸ CIC ਨੇ ਕੱਲ੍ਹ ਆਪਣੇ ਵੈਬੀਨਾਰ 'ਤੇ, ਅਸੀਂ ਹੁਣ ਆਪਣੇ ਫੇਸਬੁੱਕ ਦੇ ਪੇਜ 'ਤੇ ਵੀ ਉਹਨੂੰ ਬਾਅਦ 'ਚੋਂ ਅਸੀਂ ਆਪਣੇ ਪੋਸਟ ਕਰਾਂਗੇ ਅਤੇ ਤੁਸੀਂ ਆਪ ਵੀ ਪੜ੍ਹ ਸਕਦੇ। ਬਟ ਮੈਂ ਤੁਹਾਡੇ ਨਾਲ ਹੁਣ ਜਿਹੜੇ ਉਹਨਾਂ ਦੇ ਥੋੜ੍ਹਾ ਜਿਹਾ ਮੈਂ ਤੁਹਾਡੇ ਨਾਲ ਡਿਸਕਸ ਜ਼ਰੂਰ ਕਰੂੰਗਾ। ਜਿਹੜੇ ਉਹਨਾਂ ਦੇ 7 ਪੁਆਇੰਟ ਸੀਗੇ, ਫਸਟ ਪੁਆਇੰਟ ਸੀਗਾ ਉਹਨਾਂ ਦਾ ਜਿਹੜਾ ਟਰੈਵਲ ਰਿਸਟ੍ਰਿਕਸ਼ਨਸ ਨੂੰ ਲੈ ਕੇ, ਕੌਣ ਟਰੈਵਲ ਕਰ ਸਕਦਾ। ਆਲਰੇਡੀ ਡਿਕਲੇਅਰ ਸੀਗਾ ਕਿ ਜੇਕਰ ਤੁਸੀਂ ਕੈਨੇਡਾ ਜਾ ਸਕਦੇ ਹੋ ਕਿ ਬਹੁਤ ਜ਼ਰੂਰੀ ਆ, ਤੁਹਾਡੇ ਕੋਲ ਜੈਨੂਅਨ ਰੀਜ਼ਨ ਓਨਲੀ ਦੈਨ ਯੂ ਕੈਨ ਟਰੈਵਲ ਰਿਸਟ੍ਰਿਕਸ਼ਨ ਦੇ ਵਿੱਚ ਕੌਣ ਨਹੀਂ ਆਉਂਦਾ ਸੀਗਾ। ਈਵਨ ਸਟੂਡੈਂਟ ਕੈਨ ਟਰੈਵਲ ਜੇਕਰ ਤੁਹਾਡਾ ਇੰਸਟੀਟਿਊਟ, ਤੁਹਾਡੀ ਉੱਥੇ ਪੜ੍ਹਾਈ ਸਟਾਰਟ ਹੋ ਚੁੱਕੀ ਆ ਅਤੇ ਤੁਹਾਨੂੰ ਇੰਸਟੀਟਿਊਟ ਕਹਿ ਰਿਹਾ ਕਿ ਹਾਂ ਮੈਂ ਔਨਲਾਈਨ ਕਲਾਸਿਸ ਤੁਹਾਡੀਆਂ ਨਹੀਂ ਲੈ ਸਕਦਾ, ਤੁਹਾਨੂੰ ਫਿਜ਼ੀਕਲੀ ਉੱਥੇ ਤੁਹਾਨੂੰ ਕਲਾਸਿਸ ਲੈਣੀਆਂ ਪੈਣਗੀਆਂ, ਓਨਲੀ ਦੈਨ ਸਟੂਡੈਂਟ ਟਰੈਵਲ ਕਰ ਸਕਦੇ। ਈਵਨ ਜਿਨ੍ਹਾਂ ਦੇ 18 ਮਾਰਚ ਤੋਂ ਪਹਿਲੋਂ ਜਿਹੜੇ ਵੀਜ਼ਾਜ਼ ਆਏ ਸੀ, ਕਿਉਂਕਿ 18 ਮਾਰਚ ਤੋਂ ਪਹਿਲੇ ਜਿਹੜੇ ਸਟੂਡੈਂਟ ਵੀਜ਼ਾ ਆਏ ਸੀਗੇ ਉਹ ਟਰੈਵਲ ਜਿਹੜੇ ਐਗਜ਼ੈਮ ਬੈਨ ਸੀਗਾ, ਐਗਜ਼ੈਮਸ਼ਨ ਤੋਂ ਉਹਨਾਂ ਨੂੰ ਬਾਹਰ ਰੱਖਿਆ ਗਿਆ ਸੀਗਾ ਟਰੈਵਲ ਬੈਨ ਤੋਂ। ਉਹ ਬੱਚੇ ਸਿਰਫ ਤਾਂ ਹੀ ਟਰੈਵਲ ਕਰ ਸਕਦੇ ਜੇ ਉਹਨਾਂ ਦੇ ਇੰਸਟੀਟਿਊਟ ਤੋਂ ਉਹਨਾਂ ਦੀ ਲੈਟਰ ਉਹਨਾਂ ਨੂੰ ਮਿਲਦੀ ਆ ਕਿ ਹਾਂ ਉਹਨਾਂ ਦਾ ਉੱਥੇ ਜਾਣਾ ਜੈਨੂਅਨ ਆ ਅਤੇ ਉਹਨਾਂ ਨੂੰ ਉੱਥੇ ਜਾਣਾ ਹੀ ਪੈਣਾ। ਅਤੇ ਉਸ ਤੋਂ ਬਾਅਦ ਉਹਨਾਂ ਨੇ ਸੀਗਾ ਜਿਹੜਾ 2 ਪ੍ਰੋਸੈਸ ਸਿਸਟਮ ਬਾਰੇ ਇਹਨਾਂ ਨੂੰ ਐਕਸਪਲੇਨ ਕੀਤਾ, ਅਤੇ ਜਿਹੜਾ ਰਿਵਿਊ ਪ੍ਰੋਸੈਸ ਆ, ਅਤੇ SDS ਬਾਰੇ ਦੱਸਿਆ, ਐਲੀਜੀਬਿਲਿਟੀ ਟੂ ਵਰਕ ਆ, ਆਥੋਰਾਈਜ਼ਡ ਲੈਵਲ ਆਫ ਜਿਹੜੀ ਉੱਥੇ ਸਟੱਡੀ ਆ ਉੱਥੇ, ਅਤੇ ਇੰਪੈਕਟ ਦੱਸਿਆ ਕਿ ਜਿਹੜੀ ਇੱਥੇ ਪੋਸਟ ਗ੍ਰੈਜੂਏਸ਼ਨ ਵਰਕ ਪਰਮਿਟ 'ਤੇ ਜੇਕਰ ਤੁਸੀਂ ਇੰਡੀਆ ਤੋਂ ਪੜ੍ਹਦੇ ਵੀ ਆ ਅਤੇ ਇਹਦੇ ਤੁਹਾਨੂੰ ਕੀ ਇੰਪੈਕਟ ਪੈਂਦੇ ਆ। ਅਤੇ ਮੈਂ ਪੂਰਾ ਨਹੀਂ ਬਰੀਫ ਕਰੂੰਗਾ, ਬਟ ਜਿਹੜੇ ਪੁਆਇੰਟਸ ਆ ਜਿਹੜੇ ਸਟੂਡੈਂਟਸ ਲਈ ਬਹੁਤ ਜ਼ਰੂਰੀ ਆ ਮੈਂ ਤੁਹਾਡੇ ਨਾਲ ਉਹ ਸ਼ੇਅਰ ਕਰੂੰਗਾ। ਉਹਨਾਂ ਨੇ ਇੱਕ ਆਲਰੇਡੀ ਸਾਫ਼ ਡਿਕਲੇਅਰ ਕਰਤਾ ਜਿਹੜਾ ਅਪਰੂਵਲ ਇਨ ਪ੍ਰਿੰਸੀਪਲ ਆ ਉਹ ਇੱਕ ਵੀਜ਼ਾ ਹੀ ਹੋਗਾ। ਅਪਰੂਵਲ ਇਨ ਪ੍ਰਿੰਸੀਪਲ ਇੱਦਾਂ ਨਹੀਂ ਹੈ ਕਿ ਬੱਚੇ ਸਾਨੂੰ ਕਾਫੀ ਸਵਾਲ ਵੀ ਪੁੱਛਦੇ ਸੀ ਕਿ ਉਹ DLI ਨੰਬਰ ਜੇ ਕਾਲਜ ਆ, ਜੇ ਉਹ 'ਤੇ ਆਪਣੀ ਫੀਸ ਦਿੰਦੇ ਆ ਅਤੇ ਆਪਣੇ ਫੰਡ ਸ਼ੋਅ ਕਰਵਾ ਦਿੰਦੇ ਆ ਕਿ ਉਹਨਾਂ ਨੂੰ ਐਜ਼ ਇਟ ਇਜ਼ AIP ਹਰ ਕਿਸੇ ਨੂੰ ਮਿਲੇਗੀ। ਬਿਲਕੁਲ ਨਹੀਂ ਮਿਲੇਗੀ, ਕਿਉਂਕਿ AIP ਦੇ ਵਿੱਚ ਵੀ ਉਹ ਚੈੱਕ ਕਰਨਗੇ ਕਿ ਸਟੂਡੈਂਟ ਜੈਨੂਅਨ ਆ ਜਾਂ ਨਹੀਂ ਜੈਨੂਅਨ ਆ, ਸਟੂਡੈਂਟ ਦੀ ਇੰਟੈਂਸ਼ਨ ਉੱਥੇ ਪੜ੍ਹਨ ਦੀ ਆ ਜਾਂ ਉੱਥੇ ਸੈਟਲਮੈਂਟ ਦੀ ਆ। ਕਿਉਂਕਿ ਉੱਥੇ ਉਹਨਾਂ ਨੇ ਫਲੋ ਚਾਰਟ ਬਣਾ ਕੇ ਹਰ ਚੀਜ਼ ਕਿਹਾ ਕਿ AIP ਦੇ ਵਿੱਚ ਉਹ ਕਿਹੜੀਆਂ ਚੀਜ਼ਾਂ ਕੰਸੀਡਰਸ ਕਰਨਗੇ। ਸੋ ਜੇਕਰ ਤੁਹਾਡੀ AIP ਜਿਹੜੀ ਅਪਰੂਵਲ ਇਨ ਪ੍ਰਿੰਸੀਪਲ ਤੁਹਾਨੂੰ ਉਹ ਦਿੰਦੇ ਆ, ਮੀਨਸ ਕਿ ਉਹ ਇੱਕ ਤਰ੍ਹਾਂ ਦਾ ਵੀਜ਼ਾ ਹੀ ਆ। ਸੋ ਪੋਜ਼ੀਟਿਵ ਰਹੋ,
ਤੁਹਾਡੇ ਜਿਹੜੇ ਰਿਫਿਊਜ਼ਲ ਦੇ ਚਾਂਸਸ ਆ ਬਹੁਤ ਘੱਟ ਆ। ਰਿਫਿਊਜ਼ਲਸ ਨੂੰ ਵੀ ਉਹਨਾਂ ਨੇ ਕਲੈਰੀਫਾਈ ਕੀਤਾ ਕਿ ਕਿੰਨਾ ਕਾਰਨਾਂ ਕਰਕੇ ਤੁਹਾਡੀ ਜਿਹੜੀ ਆ ਰਿਫਿਊਜ਼ਲਸ ਲੱਗ ਸਕਦੀ ਆ। ਜਿਹੜੇ ਅਪਡੇਟ ਸੀਗੇ 2% ਜਿਹੜਾ ਸਿਸਟਮ ਉਹਨਾਂ ਨੇ ਬਣਾਇਆ ਸੀਗਾ ਕੈਨੇਡਾ ਦੀ ਗਵਰਨਮੈਂਟ ਨੇ, ਇਹ ਉਹਨਾਂ ਨੇ ਪੂਰੇ ਵਰਲਡ ਲਈ ਬਣਾਇਆ ਸੀਗਾ। PCC ਇੰਡੀਆ ਤੋਂ ਰਿਕੁਆਇਰਮੈਂਟ ਜਿਹੜੀ ਕਿ ਨਹੀਂ ਹੁੰਦੀ ਸੀਗੀ, ਬਟ ਇਹ ਹੁਣ ਕੇਸ ਟੂ ਕੇਸ ਡਿਫਰ ਕਰੇਗੀ। ਸਿਰਫ 3 ਕਾਰਨਾਂ ਕਰਕੇ ਜਿਹੜਾ ਕਿ ਤੁਹਾਡਾ ਵੀਜ਼ਾ ਰਿਫਿਊਜ਼ ਹੋਏਗਾ, ਉਹ ਬਾਇਓਮੈਟ੍ਰਿਕ ਜੇ ਕੋਈ ਸਮਥਿੰਗ ਕੰਟਰਾਡਿਕਟ ਸਟੇਟਮੈਂਟ ਆਉਂਦੀ ਹੈ ਕਿ ਤੁਸੀਂ ਪਹਿਲੋਂ ਵੀ ਵੀਜ਼ਾ ਲਾਇਆ ਹੋਇਆ ਸੀਗਾ ਅਤੇ ਪਹਿਲੋਂ ਕੁਝ ਹੋਰ ਸਟੇਟਮੈਂਟ ਦਿੱਤੀ ਸੀ ਜਾਂ ਕੋਈ ਹੋਰ ਦਿੱਤੀ ਸੀ। ਐਗਜ਼ਾਮਪਲ ਮੈਂ ਤੁਹਾਨੂੰ ਆਲਰੇਡੀ ਵੀ ਦੇ ਚੁੱਕਾ ਕਿ ਤੁਸੀਂ ਕਿਸੇ ਕੰਟਰੀ ਤੋਂ ਡਿਪੋਰਟ ਹੋਏ ਆ ਅਤੇ ਬਟ ਉਹਨਾਂ ਨੂੰ ਕੈਨੇਡਾ ਨੇ ਆਲਰੇਡੀ ਉਹਦੀ ਇਨਫੋਰਮੇਸ਼ਨ ਸ਼ੇਅਰ ਕੀਤੀ ਹੋਈ ਆ ਉਹਦੀ ਦੂਸਰੀ ਕੰਟਰੀ ਨੇ, ਸੋ ਤਾਂ ਤੁਹਾਡਾ ਜਿਹੜਾ ਵੀਜ਼ਾ ਰਿਫਿਊਜ਼ ਹੋ ਸਕਦਾ। ਦੂਸਰਾ ਮੈਡੀਕਲ ਇਸ਼ੂ ਕਰਕੇ, ਮੈਡੀਕਲ ਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਵੀ ਪ੍ਰੋਬਲਮ ਆਉਂਦੀ ਹੈ ਅਤੇ ਮੈਡੀਕਲ ਦੇ ਵਿੱਚ ਵੀ ਮੈਡੀਕਲ ਦੇ ਕਾਰਨ ਕਰਕੇ ਤੁਹਾਡਾ ਵੀਜ਼ਾ ਰਿਫਿਊਜ਼ ਹੋ ਸਕਦਾ। ਥਰਡ ਸੀਗਾ ਕ੍ਰਾਈਮ, ਜੇਕਰ ਤੁਹਾਡੇ 'ਚ ਕੋਈ ਕ੍ਰਾਈਮ ਕੀਤਾ PCC ਤਾਂ ਹੀ ਉਹ ਰਿਕੁਆਇਰ ਕਰਦੇ ਕਿ ਤੁਹਾਡੀ ਜਿਹੜੀ ਹਿਸਟਰੀ ਹੈ ਸਾਫ਼ ਚਾਹੀਦੀ ਹੈ, ਕਿਸੇ ਤਰ੍ਹਾਂ ਦਾ ਕੋਈ ਕ੍ਰਾਈਮ ਨਾ ਤੁਹਾਡੇ ਰਾਈਟ ਨਾਓ ਪ੍ਰੈਜ਼ੈਂਟ ਕੋਈ ਕੇਸ ਨਾ ਚੱਲਦਾ ਹੋਵੇ ਕਿ ਤੁਹਾਡੇ 'ਚ ਕੁਛ ਨਾ ਕੁਛ ਇੱਦਾਂ ਦੀ ਬਾਊਂਡੇਸ਼ਨ ਹੈ, ਤੁਸੀਂ ਆਪਣੀ ਕੰਟਰੀ ਨਹੀਂ ਛੱਡ ਸਕਦੇ ਹੋ, ਤਾਂ ਤੁਹਾਡਾ ਵੀਜ਼ਾ ਜਿਹੜਾ ਵਾ ਉਹ ਰਿਫਿਊਜ਼ ਹੋਏਗਾ। ਸੋ ਤੁਸੀਂ ਇੱਕ ਆਪਣੇ ਆਪ ਨੂੰ ਆਪ ਜੱਜ ਕਰ ਸਕਦੇ ਆ ਕਿ ਜੇਕਰ ਤੁਸੀਂ ਇਹਨਾਂ 3 ਕੈਟੇਗਰੀ 'ਚ ਨਹੀਂ ਹੁੰਦੇ, ਕਿ ਜੇ ਤੁਹਾਨੂੰ ਲੈਵਲ ਫਸਟ ਦੇ ਵਿੱਚ AIP ਅਪਰੂਵ ਹੁੰਦੀ ਹੈ ਅਤੇ ਮੀਨਸ ਉਹ ਵੀਜ਼ਾ ਹੀ ਆ, ਅਤੇ ਤੁਹਾਡਾ ਵੀਜ਼ਾ ਇਹਨਾਂ ਕਾਰਨਾਂ ਨੂੰ ਛੱਡ ਕੇ ਕਿਸੇ ਰੀਜ਼ਨ ਕਰਕੇ ਤੁਹਾਡਾ ਜਿਹੜਾ ਵੀਜ਼ਾ ਰਿਫਿਊਜ਼ ਨਹੀਂ ਹੋਏਗਾ। ਸੋ ਆਪਣੇ ਮਨ ਦੇ ਵਿੱਚ ਜਿਹੜਾ ਡਰ ਸੀਗਾ ਜ਼ਰੂਰ ਕੱਢੋ। ਹੁਣ ਮੈਂ ਜਿਹੜੇ ਮੇਨ ਸਵਾਲ ਸੀਗੇ ਬੱਚਿਆਂ ਦੇ ਉਹਨਾਂ ਦੇ ਵੀ ਮੈਂ ਜਵਾਬ ਹੁਣ ਤੁਹਾਨੂੰ ਦਊਂਗਾ। ਅਤੇ ਉੱਥੇ ਪੁੱਛਿਆ ਗਿਆ ਕਿ ਔਨਲਾਈਨ ਸਟੱਡੀ ਕਰਨੀ ਕਿ ਬੱਚਿਆਂ ਲਈ ਕੰਪਲਸਰੀ ਆ, ਕਿ ਬੱਚਿਆਂ ਨੂੰ ਪੜ੍ਹਨਾ ਹੀ ਪਏਗਾ ਇੱਥੇ। ਅਤੇ CIC ਨੇ ਸਾਫ਼ ਸ਼ਬਦਾਂ ਦੇ ਵਿੱਚ ਉੱਥੇ ਕਿਹਾ ਕਿ ਜਿਹੜਾ ਇਹ ਔਨਲਾਈਨ ਪੜ੍ਹਨਾ ਜਾਂ ਨਹੀਂ ਪੜ੍ਹਨਾ ਇਹ ਸਟੂਡੈਂਟਸ ਦਾ ਰਾਈਟ ਆ। ਇਹ ਮਤਲਬ ਕਿ ਉਹ ਸਟੂਡੈਂਟਸ ਦਾ ਇੰਸਟੀਟਿਊਸ਼ਨ ਦਾ ਆਪਣਾ ਹੈਗਾ ਕਿ ਉਹ ਆਪਸ 'ਚ ਉਹ ਕਿੱਦਾਂ ਅੰਡਰਸਟੈਂਡ ਕਰਦੇ ਆ, ਕਿਉਂਕਿ ਉਹਨਾਂ ਦਾ ਕੰਮ ਆ ਸਿਰਫ ਤੁਹਾਨੂੰ ਜੈਨੂਅਨ ਤੁਹਾਡਾ ਚੈੱਕ ਕਰਕੇ ਤੁਹਾਨੂੰ AIP ਦੇਣਾ ਅਤੇ ਤੁਹਾਨੂੰ ਬਾਅਦ 'ਚੋਂ ਫਾਈਨਲ ਸਟੈਂਪਿੰਗ ਕਰਕੇ ਤੁਹਾਨੂੰ ਵੀਜ਼ਾ ਦੇਣਾ ਜਿੰਨਾ ਕਿ ਤੁਸੀਂ ਟਰੈਵਲ ਕਰ ਸਕੋ। ਸੋ ਮੈਂ ਆਲਰੇਡੀ ਪਹਿਲਾਂ ਵੀ ਤੁਹਾਡੇ ਨਾਲ ਲਾਈਵ ਦੇ ਵਿੱਚ ਕਹਿ ਚੁੱਕਾ, ਵਰਬਲੀ ਕੁਛ ਨਹੀਂ ਕਰਨਾ, ਫਿਰ ਵੀ ਚਾਹੇ CIC ਨੇ ਕੁਛ ਕੀਤਾ ਤੁਸੀਂ ਜੇਕਰ ਤੁਹਾਨੂੰ ਕੋਈ ਉੱਦਾਂ ਮੈਂ ਐਡਵਾਈਸ ਦਊਂਗਾ ਕਿ ਸਿਰਫ 1-2 ਮਹੀਨੇ ਦੀ ਗੱਲ ਹੈ, ਕਿਉਂਕਿ ਟਰੈਵਲ ਬੈਨ ਅਸੀਂ ਆਸ ਕਰ ਰਹੇ, ਕਿਉਂਕਿ 26 ਤੋਂ UK ਵੀ ਫਲਾਈਟਸ ਵੀ ਸ਼ੁਰੂ ਹੋ ਰਹੀਆਂ। ਸੋ ਸਾਨੂੰ ਉਮੀਦ ਆ ਕਿ ਜਲਦੀ ਹੀ ਕੈਨੇਡਾ ਦੀਆਂ ਵੀ ਫਲਾਈਟਸ ਐਕਟਿਵ ਹੋਣਗੀਆਂ ਅਤੇ ਸ਼ਾਇਦ 1-2 ਮਹੀਨੇ ਦਾ ਟਾਈਮ ਹੈ। ਅਤੇ ਜੇਕਰ ਤੁਹਾਡੇ ਕੋਲ ਪ੍ਰੋਪਰ ਫੈਸਿਲਿਟੀ ਆ, ਤੁਹਾਡੇ ਕੋਲ ਵਧੀਆ ਇੰਟਰਨੈਟ ਦੀ ਸਪੀਡ ਆ, ਹਰ ਤਰ੍ਹਾਂ ਦਾ ਤੁਹਾਡੇ ਕੋਲ ਇਕੁਇਪਮੈਂਟ ਆ, ਅਤੇ ਜੇਕਰ ਤੁਸੀਂ ਪੜ੍ਹ ਸਕਦੇ ਹੋ ਤਾਂ ਜ਼ਰੂਰ ਪੜ੍ਹੋ, ਕਿਉਂਕਿ ਇਹਦੇ ਬੈਨੀਫਿਟ ਵੀ ਬਹੁਤ ਹੈ ਜੇਕਰ ਤੁਸੀਂ ਇੰਡੀਆ ਤੋਂ ਪੜ੍ਹਦੇ ਹੋ। ਰੀਜ਼ਨ ਇਜ਼ ਦੈਟ ਫਸਟ ਬੈਨੀਫਿਟ ਜਿਹੜਾ ਮੈਨੂੰ ਲੱਗਦਾ, ਕਿਉਂਕਿ ਜਿਹੜੀ ਆਪਣੀ ਇੰਡੀਆ ਦਾ ਜਿਹੜਾ ਪੜ੍ਹਾਈ ਦਾ ਸਟਰਕਚਰ ਆ ਅਤੇ ਆਪਾਂ ਕੈਨੇਡਾ ਦਾ ਕਾਫੀ ਡਿਫਰੈਂਟ ਆ, ਉਹ ਬਹੁਤ ਪ੍ਰੈਕਟੀਕਲ ਆ ਸਾਡੇ ਨੂੰ, ਹਰ ਉਹਨਾਂ ਦਾ ਜਿਹੜਾ ਵੀ ਪੜ੍ਹਾਈ ਦਾ ਸਟਰਕਚਰ ਆ। ਸੋ ਤੁਸੀਂ ਇੱਕ ਵਾਰੀ ਉਹਨਾਂ ਦੀ ਪੜ੍ਹਾਈ ਤੋਂ ਯੂਜ਼ ਟੂ ਹੋ ਸਕਦੇ ਆਪਣੇ ਪੇਰੈਂਟਸ ਨਾਲ ਆਪਣੇ ਘਰ ਬੈਠੇ, ਜਿਹਦਾ ਕਿ ਬਹੁਤ ਬੈਨੀਫਿਟ ਆ, ਕਿਉਂਕਿ ਤੁਹਾਨੂੰ ਉੱਥੇ ਜਾ ਕੇ ਤਾਂ ਤੁਹਾਨੂੰ ਪਤਾ ਸਾਰਾ ਕੁਝ ਤੁਹਾਨੂੰ ਆਪਣੇ ਆਪ ਨੂੰ ਕੰਮ ਤੁਹਾਡੇ ਸਾਰੇ ਆਪ ਕਰਨਾ, ਇੱਥੇ ਤਾਂ ਤੁਹਾਨੂੰ ਸਾਰੀ ਆਪਣੀ ਫੈਮਿਲੀ ਦੀ ਸਪੋਰਟ ਹੁੰਦੀ ਆ। ਤੁਸੀਂ ਇੱਕ ਵਾਰੀ ਉਹਨਾਂ ਦੇ ਸਿਸਟਮ ਤੋਂ ਯੂਜ਼ ਟੂ ਹੋ ਸਕਦੇ ਆ ਆਪਣੇ ਘਰ ਬੈਠੇ, ਤਾਂ ਕਿ ਜਦੋਂ ਤੁਸੀਂ ਉੱਥੇ ਜਾਓਗੇ ਅਤੇ ਤੁਹਾਨੂੰ ਫਰੋਮ ਦਾ ਫਰਸਟ ਡੇ ਤੁਸੀਂ ਜਿਹੜਾ ਉਹਨਾਂ ਦਾ ਸਿਸਟਮ ਉਹਦੇ ਤੋਂ ਬੈਨੀਫਿਟ ਲਓਗੇ। ਸੋ ਹੁਣ ਉਹ ਸਾਰੇ ਬੱਚੇ ਵੀ ਜਿਨ੍ਹਾਂ ਦੀ ਕੋਈ ਜੈਨੂਅਨ ਰੀਜ਼ਨ ਆ, ਉਹ ਕਹਿੰਦੇ ਕਿ ਹਾਂ ਉਹਨਾਂ ਕੋਲ ਇੰਟਰਨੈਟ ਸਪੀਡ ਨਹੀਂ ਹੈਗੀ, ਰਾਤ ਨੂੰ ਇਲੈਕਟ੍ਰੀਸਿਟੀ ਦੀ ਪ੍ਰੋਬਲਮ ਆ, ਜਾਂ ਕੁਛ ਵੀ ਉਹਨਾਂ ਦਾ ਪਰਸਨਲ ਰੀਜ਼ਨ ਹੋ ਸਕਦਾ, ਉਹ ਸਾਰੇ ਰੀਜ਼ਨ ਆਪਣੇ ਇੰਸਟੀਟਿਊਸ਼ਨ ਨਾਲ ਸ਼ੇਅਰ ਕਰੋ, ਰਿਟਨ ਉਹਨੂੰ ਲਿਖ ਕੇ ਦਿਓ, ਮੇਲਸ ਪਾਓ ਅਤੇ ਰਿਟਨ ਉਹਨਾਂ ਤੋਂ ਰਿਵਰਟ ਲਓ। ਜੇਕਰ ਉਹ ਤੁਹਾਨੂੰ ਕਹਿੰਦੇ ਹਾਂ ਵੀ ਤੁਹਾਨੂੰ ਜ਼ਰੂਰੀ ਹੈ ਕੰਪਲਸਰੀ ਕਰਨੀਆਂ ਪੈਣੀਆਂ, ਜਾਂ ਠੀਕ ਆ ਤੁਸੀਂ ਬ੍ਰੇਕ ਲੈ ਸਕਦੇ, ਪਰ ਵਰਬਲੀ ਕੁਛ ਨਹੀਂ ਕਰਨਾ। ਇਹ ਜ਼ਿੰਮੇਵਾਰੀ ਤੁਸੀਂ ਆਪ ਆਪਣੇ ਸਿਰ 'ਤੇ ਚੱਕਣੀ ਆ, ਅਤੇ ਕਿਸੇ 'ਤੇ ਵੀ ਰਿਲਾਈ ਨਹੀਂ ਰਹਿਣਾ। ਜੇ ਅਗਲਾ ਜੋ ਮੈਂ ਹੀ ਹੋਵਾਂ, ਮੈਂ ਵੀ ਤੁਹਾਨੂੰ ਕਹਿੰਦਾ ਨਹੀਂ ਫਿਕਰ ਨਾ ਕਰੇ, ਮੈਂ ਤੇਰੇ ਵੱਲੋਂ ਤੇਰੀ ਮੇਲ ਪਾ ਦਿੰਦਾ, ਪਲੀਜ਼ ਇੱਦਾਂ ਨਾ ਕੁਛ ਕਰੋ, ਕਿਉਂਕਿ ਇਹ ਤੁਹਾਡੇ ਫਿਊਚਰ ਦਾ ਸਵਾਲ ਆ। ਅਤੇ ਰਿਟਨ 'ਚ ਤੁਹਾਡੇ ਕੋਲ ਸਟੇਟਮੈਂਟ ਜ਼ਰੂਰ ਚਾਹੀਦੀ ਹੈ ਜੇਕਰ ਤੁਸੀਂ ਔਨਲਾਈਨ ਐਨਰੋਲ ਨਹੀਂ ਹੋਣਾ ਚਾਹੁੰਦੇ ਨਾ। ਫੀ ਰਿਫੰਡ ਦਾ ਸੀਗਾ ਇੱਕ ਬੱਚਿਆਂ ਦਾ ਕਾਫੀ ਕੰਸਰਨ ਸੀਗਾ ਕਿ ਜੇ ਹੁਣ ਉਹ ਇੰਡੀਆ ਤੋਂ ਪੜ੍ਹਨਾ ਸ਼ੁਰੂ ਕਰ ਦਿੰਦੇ ਆ ਸਮਹਾਓ ਕਿਸੇ ਵੀ ਰੀਜ਼ਨ ਕਰਕੇ, ਕੋਈ ਵੀ ਰੀਜ਼ਨ ਆ ਕਿ ਉਹਨਾਂ ਦਾ ਵੀਜ਼ਾ ਰਿਫਿਊਜ਼ ਹੋ ਗਿਆ, ਤਾਂ ਉਹਨਾਂ ਦੀ ਫੀਸ ਰਿਫੰਡ ਹੋਏਗੀ। ਜੇ ਨਹੀਂ ਹੋਏਗੀ, ਕਿਤੇ ਉਹਨਾਂ ਦੇ ਸਾਰੇ ਪੈਸੇ ਨਾ ਉੱਤੇ ਫਸ ਜਾਣ, ਉਹ ਟਰੈਵਲ ਵੀ ਨਾ ਕਰ ਸਕਣ, ਅਤੇ ਉਹਦੇ ਬਾਰੇ ਵੀ CIC ਨੇ ਕਲੀਅਰ ਕੀਤਾ ਵਾ ਕਿ ਇਹ ਜਿਹੜਾ ਮੈਟਰ ਆ, ਜਿਹੜੇ ਉਹਨਾਂ ਦਾ ਇੰਸਟੀਟਿਊਸ਼ਨ ਆ ਵੈਦਰ ਕਾਲਜ ਔਰ ਯੂਨੀਵਰਸਿਟੀ ਅਤੇ ਸਟੂਡੈਂਟ ਦੇ ਆਪਸ ਆ, ਤੁਸੀਂ ਆਪਣੀ ਰਿਫੰਡ ਪੋਲਿਸੀਜ਼ ਨੂੰ ਚੰਗੀ ਤਰ੍ਹਾਂ ਪੜ੍ਹੋ। ਹਜੇ ਤੁਹਾਡਾ ਭਾਵੇਂ ਡਿਸੀਜ਼ਨ ਨਹੀਂ ਵੀ ਆਇਆ, ਤੁਸੀਂ ਇਹ ਆਪਣੇ ਡਾਊਟ ਆਪਣੇ ਇੰਸਟੀਟਿਊਸ਼ਨ
ਤੇ ਆਪਣੀ ਜਿਹੜੀ ਜਿਹੜਾ ਤੁਹਾਡਾ ਕਾਲਜ ਜਾਂ ਯੂਨੀਵਰਸਿਟੀ ਆ ਉਹਦੇ ਨਾਲ ਆਪ ਕਲੀਅਰ ਕਰੋ। ਉਹਨਾਂ ਨੂੰ ਮੇਲਸ ਪਾਓ, ਉਹਨਾਂ ਨੂੰ ਪੁੱਛੋ ਕਿ ਜੇਕਰ ਇੱਦਾਂ ਹੁੰਦਾ ਦੈਨ ਹੂ ਵਿਲ ਬੀ ਰਿਸਪੋਂਸੀਬਲ, ਕਿ ਇਹ ਰਿਫੰਡ ਪਾਲਿਸੀ ਕੁਝ ਇੱਦਾਂ ਨਹੀਂ ਉਹਨਾਂ ਨੇ ਕੀਤੀ ਆ। ਕਿਉਂਕਿ ਹੁਣ ਜਿਹੜੇ ਕੈਨੇਡਾ ਦੇ ਇੰਸਟੀਟਿਊਟ ਆ ਇਸ ਚੀਜ਼ 'ਤੇ ਕੰਮ ਕਰਨਾ ਸ਼ੁਰੂ ਕਰਤੇ। ਹਾਂ, ਖੁਸ਼ਖਬਰੀ ਵੀ ਆ, ਕੈਨੇਡਾ ਦੇ ਥੋੜ੍ਹੇ ਜਿਹੇ ਇੰਸਟੀਟਿਊਟ ਆ ਹਜੇ ਤਾਂ ਸਾਰੇ ਉਹਦਾ ਕੰਮ ਕਰ ਰਹੇ ਆ। ਬਾਕੀ ਤੁਸੀਂ ਪਰਸਨਲੀ ਆਪਣਾ ਜਿਹੜਾ ਵੀ ਤੁਹਾਡਾ ਇੰਸਟੀਟਿਊਟ ਆ ਤੁਸੀਂ ਉਹਨੂੰ ਆਪ ਪੁੱਛ ਸਕਦੇ ਆ। ਇੰਸਟੀਟਿਊਟ ਜਿਹੜੇ ਕੈਨੇਡਾ ਦੇ ਆ ਉਹਨਾਂ ਨੇ ਇਸ ਚੀਜ਼ 'ਤੇ ਆਪ ਵਰਕ ਕਰਨਾ ਸ਼ੁਰੂ ਕਰ ਦਿੱਤਾ। ਉਹਨਾਂ ਨੇ ਆਪਣੀ ਆਫੀਸ਼ੀਅਲ ਸਾਈਟ 'ਤੇ ਆਪ ਆਉਣਾ ਸ਼ੁਰੂ ਕਰਤਾ। ਜੇਕਰ ਤੁਹਾਡਾ ਸੈਕਿੰਡ ਸਟੇਜ 'ਤੇ ਵੀਜ਼ਾ ਰਿਫਿਊਜ਼ ਹੁੰਦਾ ਉਹ ਆਪਣੀ ਐਪਲੀਕੇਸ਼ਨ ਫੀਸ ਕੱਟ ਕੇ ਤੁਹਾਨੂੰ ਜਿਹੜੀ ਆ ਫੀਸ ਤੁਹਾਡੀ ਰਿਫੰਡ ਕਰਨਗੇ। ਸੋ ਬੱਚਿਆਂ ਦੇ ਜਿਹੜੇ ਵੀ ਡਾਊਟ ਸੀਗੇ ਉਹ ਸਾਰੇ ਕੱਲ੍ਹ ਕਲੀਅਰ ਹੋ ਗਏ। ਸੋ ਰੈਦਰ ਆ ਜਿਹੜਾ ਹੁਣ ਬਾਕੀ ਫਿਰ ਵੀ ਕਿਸੇ ਤਰ੍ਹਾਂ ਦਾ ਸਵਾਲ ਆ, ਜਿਹੜਾ ਰਾਈਟ ਕੰਸਰਨ ਪਰਸਨ ਆ CIC ਨੇ ਵੀ ਕਲੀਅਰ ਕਰਤਾ। ਜਿਹੜੇ ਤੁਹਾਡੇ ਆ ਔਨਲਾਈਨ ਸਟੱਡੀ ਨੂੰ ਲੈ ਕੇ ਤਕਰੀਬਨ ਬੱਚਿਆਂ ਦੇ 99% ਸਿਰਫ ਔਨਲਾਈਨ ਸਟੱਡੀ ਕਰਨ ਅਤੇ ਉਹਨਾਂ ਦੀ ਫੀ ਜਿਹੜੀ ਰਿਫੰਡ ਪਾਲਿਸੀ ਇਹਨਾਂ 'ਤੇ ਡਾਊਟ ਸੀ, CIC ਨੇ ਵੀ ਕਲੀਅਰ ਕਰਤਾ। ਇਹਦਾ ਜਿਹੜਾ ਰਾਈਟ ਕੰਸਰਨ ਆ ਤੁਹਾਡਾ ਇੰਸਟੀਟਿਊਟ ਆ, ਤੁਸੀਂ ਉਹਦੇ ਨਾਲ ਕੋਆਰਡੀਨੇਟ ਕਰਕੇ ਆਪਣੇ ਸਾਰੇ ਡਾਊਟ ਕਲੀਅਰ ਕਰ ਸਕਦੇ ਹੋ। ਸੋ ਪੋਜ਼ੀਟਿਵ ਨਿਊਜ਼ ਆ ਜੀ ਹਰ ਪਾਸੋਂ, ਆਸਟ੍ਰੇਲੀਆ, ਕੈਨੇਡਾ, UK ਨੂੰ ਲੈ ਕੇ। ਤੁਸੀਂ ਹੁਣ ਤੁਹਾਡੇ ਲਈ ਸਾਰੀਆਂ ਕੰਟਰੀਜ਼, ਤਿੰਨੋਂ ਹੀ ਕੰਟਰੀਜ਼ ਵੱਡੇ ਲੈਵਲ 'ਤੇ ਖੁੱਲ੍ਹ ਚੁੱਕੀਆਂ। ਤੁਸੀਂ ਅੱਜ ਵੀ ਜੇ ਤੁਸੀਂ ਇੰਗਲੈਂਡ ਵੀ ਜਾਣਾ ਚਾਹੁੰਦੇ, ਇੰਗਲੈਂਡ ਇਜ਼ ਸਟਿਲ ਓਪਨ। ਇੰਗਲੈਂਡ ਹਜੇ ਤੁਹਾਡੇ ਕੋਲ ਫਿਰ ਵੀ 10-15 ਦਿਨ ਦਾ ਸਾਡੇ ਕੋਲ ਹਜੇ ਵੀ ਟਾਈਮ ਹੈਗਾ। ਜੇਕਰ ਤੁਸੀਂ ਹਜੇ ਵੀ ਕਿਤੇ ਨਹੀਂ ਅਪਲਾਈ ਕੀਤਾ ਹੋਇਆ ਅਤੇ ਤੁਹਾਡੇ ਕੋਲ ਸਾਰਾ ਕੁਝ ਤੁਹਾਡੇ ਫੰਡਸ ਰੈਡੀ ਪਏ, ਆਪਾਂ ਅੱਜ ਵੀ ਤੁਹਾਡਾ ਕੈਨੇਡਾ UK ਦੀ ਫਾਈਲ ਤੁਹਾਡੀ ਅਸੀਂ ਅਪਲਾਈ ਕਰ ਸਕਦੇ ਹਾਂ। ਕਿਉਂਕਿ ਹਜੇ ਕੈਸ਼ ਹਜੇ ਇੰਨੀਆਂ ਰਿਲੀਜ਼ ਹੋਣੀਆਂ ਸ਼ੁਰੂ ਨਹੀਂ ਹੋਈਆਂ ਅਤੇ ਜਲਦੀ ਹੁਣ ਜਿਹੜਾ ਵਿਦ ਕਮਿੰਗ ਵੀਕ 'ਚ ਕੈਸ਼ ਹੋਣੀਆਂ ਸ਼ੁਰੂ ਹੋਣਗੀਆਂ ਅਤੇ ਫਾਈਲ ਲਾਂਚ ਹੋਣੀ ਸ਼ੁਰੂ ਹੋਣਗੇ। ਅਤੇ ਜਿਹੜੀਆਂ UK ਦੀਆਂ ਯੂਨੀਵਰਸਿਟੀਜ਼ ਅੱਜ ਵੀ ਬੱਚਿਆਂ ਨੂੰ ਐਡਮਿਸ਼ਨਸ ਹਜੇ ਦੇ ਰਹੀਆਂ। ਸੋ UK ਬਾਰੇ ਵੀ ਤੁਸੀਂ ਕਿਸੇ ਤਰ੍ਹਾਂ ਦਾ ਡਾਊਟ ਹੋਵੇ ਤੁਸੀਂ ਸਾਨੂੰ ਮਿਲ ਸਕਦੇ ਆ। ਸਾਡੇ 85-578 ਨੰਬਰ 'ਤੇ ਰਿੰਗ ਕਰ ਸਕਦੇ ਆ। ਅਤੇ ਆਸਟ੍ਰੇਲੀਆ ਵੀ ਬੱਚਿਆਂ ਨੂੰ ਹੁਣ ਵੈਲਕਮ ਕਰਨ ਦੇ ਵਿੱਚ ਆ ਗਿਆ। ਆਸਟ੍ਰੇਲੀਆ ਨੇ ਕੱਲ੍ਹ ਆਪਣੇ ਵੀਜ਼ਾਸ ਬੱਚਿਆਂ ਨੂੰ ਦਿੱਤੇ ਆ, ਕਾਫੀ ਵਧੀਆ ਨੰਬਰ 'ਤੇ ਆਏ ਆ। ਅਤੇ ਹੁਣ ਜਿਹੜੇ 19 ਪਾਸ ਆਊਟ ਵਾਲੇ ਬੱਚੇ ਉਹਨਾਂ ਨੂੰ ਵੀ ਮੈਂ ਇੱਕ ਵਾਰੀ ਦੱਸਿਆ ਸੀਗਾ, ਲਾਸਟ ਕਾਲ ਆ 19 ਵਾਲੇ ਬੱਚੇ ਵੀ। ਅਤੇ ਕਿਉਂਕਿ ਜਿਹਨੇ ਆਸਟ੍ਰੇਲੀਆ ਜਾਣਾ ਵਾ ਅਤੇ ਉਹਨੇ ਆਸਟ੍ਰੇਲੀਆ ਆਪਣਾ ਮਾਈਂਡ ਸੈੱਟ ਕੀਤਾ ਸੀ, ਬਟ ਥੋੜ੍ਹਾ ਜਿਹਾ ਟਰੈਵਲ ਬਣ ਹੋਇਆ ਸੀ ਅਤੇ ਉਹਨੇ ਜੇਕਰ ਹਜੇ ਕਿਤੇ ਨਹੀਂ ਅਪਲਾਈ ਕੀਤਾ ਹੋਇਆ ਅਤੇ ਆਸਟ੍ਰੇਲੀਆ ਵੀ ਹੁਣ ਉਹ ਦੁਬਾਰਾ ਸੋਚ ਸਕਦੇ ਆ। ਸੋ ਬੱਚਿਆਂ ਲਈ ਹੁਣ ਆਸਟ੍ਰੇਲੀਆ ਵੀ ਖੁੱਲ੍ਹ ਗਿਆ, ਕੈਨੇਡਾ ਵੀ ਖੁੱਲ੍ਹ ਗਿਆ, UK ਵੀ ਖੁੱਲ੍ਹ ਗਿਆ। ਹਰ ਕੰਟਰੀਆਂ ਹੁਣ ਆਪਸ 'ਚ ਕੰਪੀਟੀਸ਼ਨ ਕਰ ਰਹੀਆਂ ਕਿ ਹੁਣ ਤੁਸੀਂ ਸਾਡੇ ਕੋਲ ਆਉਣ ਬੱਚੇ, ਜਾਂ ਆਹ ਬੱਚੇ ਹੁਣ ਸਾਡੇ ਕੋਲ ਆਉਣਾ, ਬੱਚੇ ਸਾਡੇ ਕੋਲ ਆਉਣ। ਸੋ ਇੱਕ ਗੋਲਡਨ ਅਪਰਚੁਨਿਟੀ ਹੈ, ਗੋਲਡਨ ਟਾਈਮ ਆ। ਜਿਹੜਾ ਪੈਂਡੈਮਿਕ ਸਿਚੁਏਸ਼ਨ ਸੀਗਾ, ਜਿਹੜੇ ਹੁਣ ਆਊਟਕਮ ਅਸੀਂ ਪਹਿਲੇ ਦਿਨ ਤੋਂ ਕਹਿ ਰਹੇ ਕਿ ਇਹਦੇ ਬਹੁਤ ਪੋਜ਼ੀਟਿਵ ਆਉਣਗੇ, ਹੁਣ ਉਹ ਟਾਈਮ ਆ ਪੋਜ਼ੀਟਿਵ ਆਊਟਕਮਸ ਦਾ। ਤੁਸੀਂ ਇੱਕ ਆਪਣਾ ਫਾਇਦਾ ਚੱਕ ਸਕਦੇ ਹੋ। ਅਤੇ ਕੈਨੇਡਾ, ਆਸਟ੍ਰੇਲੀਆ, UK ਜਾਂ ਯੂਰਪ ਨੂੰ ਤੁਹਾਨੂੰ ਕਿਸੇ ਤਰ੍ਹਾਂ ਦਾ ਵੀ ਕੋਈ ਵੀ ਡਾਊਟ ਆ, ਤੁਸੀਂ ਸਾਨੂੰ ਸਾਡੇ 85-578 ਤੇ ਨੰਬਰ 'ਤੇ ਕਾਲ ਕਰਕੇ ਆਪਣੇ ਹਰ ਤਰ੍ਹਾਂ ਦਾ ਡਾਊਟ ਕਲੀਅਰ ਕਰ ਸਕਦੇ ਆ ਅਤੇ ਆਪਣੀ ਪ੍ਰੋਫਾਈਲ ਸਾਡੇ ਤੋਂ ਅਸੈਸ ਕਰਾ ਕੇ ਆਪਣੇ ਬਾਹਰ ਜਾਣ ਦਾ ਸੁਪਨਾ ਪੂਰਾ ਕਰ ਸਕਦੇ ਹਾਂ। ਚਲੋ ਨੈਕਸਟ ਹੁਣ ਮੈਂ ਤੁਹਾਡੇ ਨਾਲ ਕੱਲ੍ਹ ਫਿਰ ਲਾਈਵ ਹੋਊਂਗਾ। ਜਿਹੜੀ ਅਪਡੇਟਸ ਆ ਇਹਨੂੰ ਬਰੀਫਲੀ ਅਸੀਂ ਸ਼ੇਅਰ ਕਰਾਂਗੇ, ਤੁਹਾਡੇ ਤੋਂ ਲਾਈਵ ਕਾਲਸ ਵੀ ਲਵਾਂਗੇ। ਸੋ ਕੱਲ੍ਹ ਤੁਸੀਂ ਜਿਹੜੇ ਕਿਸੇ ਤਰ੍ਹਾਂ ਦਾ ਵੀ ਤੁਹਾਨੂੰ ਕੋਈ ਵੀ ਡਾਊਟ ਹੋਊਗਾ, ਤੁਸੀਂ ਕੱਲ੍ਹ ਅਰਾਊਂਡ 10 ਤੋਂ 11 ਦੇ ਵਿੱਚ ਤੁਸੀਂ ਰਿੰਗ ਕਰਕੇ ਸਾਨੂੰ ਸਾਡੇ ਇਸੇ ਨੰਬਰ 'ਤੇ 85-578 85-578 'ਤੇ ਆਪਣੇ ਹਰ ਤਰ੍ਹਾਂ ਦਾ ਡਾਊਟ ਕਲੀਅਰ ਕਰ ਸਕਦੇ ਹੋ। ਸਤਿ ਸ਼੍ਰੀ ਅਕਾਲ ਜੀ।